ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਐਸੀ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਪੀੜ੍ਹੀ ਦਰ ਪੀੜ੍ਹੀ ਕੰਬੇ ਕਿ ਇਹੋ ਜਿਹਾ ਜਗਨਯ ਅਪਰਾਧ ਸੋਚੇ ਵੀ ਨਾ। ਸਭ ਤੋਂ ਪਹਿਲਾ ਸਵਾਲ ਪੁੱਛਦਾ ਸਰਦਾਰ ਬਾਦਲ ਨੂੰ ਵੀ ਕੀ ਸਰਦਾਰ ਬਾਦਲ ਇਹ ਮੰਨਦਾ ਹੈ, ਕੀ ਉਹ ਮੰਨਦਾ ਹੈ ਜਾਂ ਨਹੀਂ ਕਿ ਡੇਰਾ ਪ੍ਰੇਮੀਆਂ ਨੇ ਇਹ ਗੁਨਾਹ ਕੀਤਾ ਸੀ। ਬਾਦਲ ਨੂੰ ਪੁੱਛ ਵੀ ਕਿਹੜੇ ਹਿੰਦੂ ਨੇ ਤੁਹਾਡਾ ਵਿਰੋਧ ਕੀਤਾ? ਤੁਹਾਡਾ ਵਿਰੋਧ ਸਿੱਖ ਕੌਮ ਕਰ ਰਹੀ ਹੈ। ਇਹ ਨਰੈਣੂ ਦੀ ਆਤਮਾ ਜਿਹੜੀ ਆਈ ਹੈ ਇਹਨਾਂ 'ਚ, ਹਾਂਜੀ, ਇਹ ਮਸੰਦਾਂ ਦੀ ਜਿਹੜੀ ਆਤਮਾ ਆਈ ਹੈ ਇਹਨਾਂ 'ਚ, ਇਹ ਸਾਰੇ ਜਗ ਜ਼ਾਹਰ ਹੈ, ਇਹਦੇ 'ਚ ਕੋਈ ਮਤਲਬ ਕੋਈ ਡਾਊਟ ਨਹੀਂ ਹੈ। ਤੇ ਜੇ ਕੋਈ ਕਾਊਂਟਰ ਹੈ ਤੇ ਆਉਣ ਸਾਹਮਣੇ। ਅਗਰ ਕੋਈ ਜ਼ਮੀਨ ਫਾੜ ਕੇ ਆਵਾਜ਼ ਆਉਂਦੀ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਐਸੀ ਸਖਤ ਤੋਂ ਸਖਤ ਸਜ਼ਾ ਮਿਲੇ ਕਿ ਪੀੜ੍ਹੀ ਦਰ ਪੀੜ੍ਹੀ ਕੰਬੇ ਕਿ ਇਹੋ ਜਿਹਾ ਜਗਨਯ ਅਪਰਾਧ ਸੋਚੇ ਵੀ ਨਾ। ਸਭ ਤੋਂ ਵੱਡਾ ਮੁੱਦਾ ਇਹ ਹੈ। ਇਸ ਦਾਇਰੇ 'ਚ ਖੜਾ ਹੈ ਪੰਜਾਬ, ਆਸ ਨਾਲ ਵੇਖਦਾ, ਵਿਸ਼ਵਾਸ ਨਾਲ ਵੇਖਦਾ, ਔਰ ਕੀ ਵੇਖਦਾ ਹੈ ਕਿ ਭਾਈ ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟਾਂ ਪਾਈਆਂ ਨਿਆਂ ਲਈ, ਇਨਸਾਫ ਲਈ, ਕਿ ਸਾਨੂੰ ਉਹ ਇਨਸਾਫ ਮਿਲੂਗਾ। ਅਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਨਫੀ ਕਰ ਦਈਏ ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚੋਂ, ਤੇ ਸਾਡੀਆਂ ਜ਼ਿੰਦਗੀਆਂ 'ਚ ਬਚਦਾ ਕੀ ਹੈ? ਕੱਖ ਨਹੀਂ ਬਚਦਾ। ਇਹ ਉਹ ਚਾਨਣ ਮੁਨਾਰਾ ਹੈ, ਉਹ ਸੂਰਜ ਹੈ ਜਿਹਦੇ ਇਰਦ ਗਿਰਦ ਸਾਡੀਆਂ ਜ਼ਿੰਦਗੀਆਂ ਘੁੰਮਦੀਆਂ ਨੇ। ਇਹ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ, ਇਹ ਪਿਆਰ ਮੁਹੱਬਤ ਦਾ ਪ੍ਰਤੀਕ ਹੈ, ਇਹ ਜੋੜਨ ਦਾ ਪ੍ਰਤੀਕ ਹੈ। ਤੇ ਕੋਈ ਸਾਡੇ ਉਸ ਗੁਰੂ ਨੂੰ ਜਿਹਦੇ ਲੜ ਸਾਨੂੰ ਦਸ਼ਮੇਸ਼ ਪਾਤਸ਼ਾਹ ਨੇ ਲਾਇਆ ਤੇ ਜਿਨ੍ਹਾਂ ਨੇ ਉਹਦੀ ਬੇਅਦਬੀ ਕੀਤੀ, ਮੈਂ ਸਭ ਤੋਂ ਪਹਿਲਾ ਸਵਾਲ ਪੁੱਛਦਾ ਸਰਦਾਰ ਬਾਦਲ ਨੂੰ ਵੀ ਕੀ ਸਰਦਾਰ ਬਾਦਲ ਇਹ ਮੰਨਦਾ ਹੈ, ਕੀ ਉਹ ਮੰਨਦਾ ਹੈ ਜਾਂ ਨਹੀਂ ਕਿ ਡੇਰਾ ਪ੍ਰੇਮੀਆਂ ਨੇ ਇਹ ਗੁਨਾਹ ਕੀਤਾ ਸੀ। ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਇਹ ਕਹਿੰਦੀ ਹੈ ਤੱਥ ਕੱਢ ਕੇ ਵੀ ਇਹ ਜਗਨਯ ਅਪਰਾਧ, ਇਹ ਗੁਨਾਹ ਜਿਹੜਾ ਹੈਗਾ ਇਹ ਉਹਨਾਂ ਨੇ ਕੀਤਾ, ਪ੍ਰੂਫ ਦੇਤੇ। ਜੇ ਇਹਨਾਂ ਦੇ ਕੋਲ ਕੋਈ ਕਾਊਂਟਰ ਹੈ, ਜੇ ਇਹਦੇ ਖਿਲਾਫ ਇਹਨਾਂ ਦੇ ਮਨ ਦੇ ਵਿੱਚ ਕੁਛ ਹੈ ਤੇ ਸਾਹਮਣੇ ਆਉਣ, ਮੈਨੂੰ ਬੁਲਾ ਲੈਣ, ਜਾਖੜ ਸਾਹਿਬ ਨੂੰ ਬੁਲਾ ਲੈਣ, ਸੁਖੀ ਭਾਜੀ ਨੂੰ ਬੁਲਾ ਲੈਣ ਤੇ ਦੇਣ ਕਾਊਂਟਰ ਦੇਣ। ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਇਹਨਾਂ ਦੀ ਆਪਦੀ ਬਣਾਈ ਹੋਈ ਜਿਹੜੀ ਕਹਿੰਦੀ ਹੈ ਕਿ ਬੈਠੇ ਸਿੱਖਾਂ ਦੇ ਗੋਲੀਆਂ ਮਾਰੀਆਂ ਇਹਨਾਂ ਨੇ। ਵੇਖੋ, ਇਹ ਅੱਜ ਗੱਲ ਕਰਨ ਡਏ ਹੈ ਫਿਰਕੂ ਤਾਕਤਾਂ ਦੀ, ਇਹ ਗੱਲ ਕਰਨ ਡਏ ਹੈ ਜੀ ਆਪਸੀ ਭਾਈਚਾਰੇ ਨੂੰ ਬਣਾਉਣ ਦੀ। ਬਾਦਲ ਨੂੰ ਪੁੱਛ ਵੀ ਕਿਹੜੇ ਹਿੰਦੂ ਨੇ ਤੁਹਾਡਾ ਵਿਰੋਧ ਕੀਤਾ? ਤੁਹਾਡਾ ਵਿਰੋਧ ਸਿੱਖ ਕੌਮ ਕਰ ਰਹੀ ਹੈ। ਇੱਥੇ ਕੋਈ ਨਾ ਹਿੰਦੂ ਨਾ ਮੁਸਲਮਾਨ, ਅਸੀਂ ਸਾਰੇ ਇੱਕ ਹਾਂ। ਤੁਹਾਨੂੰ ਇਸ ਵਕਤ ਅਗਰ ਇਹੀ ਗੱਲ ਨਹੀਂ ਸਮਝ ਆਉਂਦੀ ਵੀ ਤੁਹਾਡਾ ਵਿਰੋਧ ਕਿੱਥੋਂ ਹੋ ਰਿਹਾ ਹੈ, ਤੇ ਤੁਸੀਂ ਲੋਕਾਂ ਦਾ ਫੇਰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਕੋਈ ਫਿਰਕੂ ਨਹੀਂ ਇੱਥੇ, ਕੋਈ ISI ਨਹੀਂ। ਵਿਰੋਧ ਤੁਹਾਡਾ ਸਿੱਖ ਕੌਮ ਕਰ ਰਹੀ ਹੈ, ਔਰ ਕਿਸ ਕਾਰਨ ਕਰ ਰਹੀ ਹੈ ਤੁਸੀਂ ਜਾਣਦੇ ਹੋ। ਡਾਇਰ ਨੇ ਆਰਡਰ ਦਿੱਤਾ ਸੀ, ਗੋਲੀਆਂ ਕਿਸੇ ਹੋਰ ਨੇ ਚਲਾਈਆਂ ਸੀ। ਇਤਿਹਾਸ ਕਿਹਦਾ ਨਾਂ ਰਿਕਾਰਡ ਕਰਦਾ, ਜ਼ਿੰਮੇਵਾਰ ਕਿਹਨੂੰ ਮੰਨਦਾ? ਤੇ ਡਾਇਰ ਨੂੰ। ਇਹ ਨਰੈਣੂ ਦੀ ਆਤਮਾ ਜਿਹੜੀ ਆਈ ਹੈ ਇਹਨਾਂ 'ਚ, ਹਾਂਜੀ, ਇਹ ਮਸੰਦਾਂ ਦੀ ਜਿਹੜੀ ਆਤਮਾ ਆਈ ਹੈ ਇਹਨਾਂ 'ਚ, ਇਹ ਸਾਰੇ ਜਗ ਜ਼ਾਹਰ ਹੈ, ਇਹਦੇ 'ਚ ਕੋਈ ਮਤਲਬ ਕੋਈ ਡਾਊਟ ਨਹੀਂ ਹੈ। ਤੇ ਜੇ ਕੋਈ ਕਾਊਂਟਰ ਹੈ ਤੇ ਆਉਣ ਸਾਹਮਣੇ। ਇਹ ਕਹਿਣ ਵੀ ਮਤਲਬ ਮੈਂ ਡੇਟਾ ਦੇ ਰਿਹਾ, 2007 ਦੇ ਵਿੱਚ ਗੁਰੂ ਸਾਹਿਬ ਦਾ ਸਵਾਂਗ ਕੀਤਾ ਡੇਰਾ ਸਾਹਿਬ, ਤੇ ਉਦੋਂ ਬਾਅਦ ਉਹਦੇ ਤੇ ਮੁਕੱਦਮਾ FIR ਦਰਜ ਹੋਈ। 2009 'ਚ ਹਰਸਿਮਰਤ ਦੀ ਇਲੈਕਸ਼ਨ ਤੱਕ ਕੋਈ ਕਾਰਵਾਈ ਨਹੀਂ ਹੋਈ। 2012 ਤੋਂ ਪਹਿਲਾਂ 3 ਦਿਨ ਪਹਿਲਾਂ ਕੈਂਸਲੇਸ਼ਨ ਮੰਗੀ FIR ਦੀ। ਇਹ ਕਿਹੜੀ ਸਰਕਾਰ ਸੀ? ਇਹ ਕਿਉਂ ਹੋਇਆ? ਇਹ ਕੀ ਡੇਰਾ ਪ੍ਰੇਮ ਹੈ ਜਾਂ ਵੋਟਾਂ ਦੇ ਲਈ ਗੋਡਿਆਂ 'ਚ ਬੈਠੇ ਹੋ?
ਕਿ ਤੁਸੀਂ ਤਨਖਈਆ ਡਿਕਲੇਅਰ ਕੀਤੇ ਹੋਏ ਬੰਦੇ ਦੇ ਗੋਡਿਆਂ 'ਚ ਬੈਠੇ ਹੋ ਕਿ ਤੁਸੀਂ ਉਸ ਅਕਾਲ ਤਖਤ ਜੀ ਦਾ ਆਦਿ ਅਨੰਤ ਜੀ ਤੋਂ ਉੱਤੇ ਕੋਈ ਨਹੀਂ, ਉਹਦਾ ਹੁਕਮ ਨਹੀਂ ਮੰਨਦੇ, ਕਿ ਉਹਦੇ ਹੁਕਮਨਾਮੇ ਦੇ ਖਿਲਾਫ ਹੋ ਤੁਸੀਂ? ਤੇ ਦੱਸੋ ਵੀ ਤੁਸੀਂ ਕੈਂਸਲੇਸ਼ਨ ਕਿਉਂ ਮੰਗੀ? ਦੱਸੋ ਵੀ 2007 ਤੋਂ ਲੈ ਕੇ 2014 ਤੱਕ ਤੁਸੀਂ ਚਾਰਜ ਸ਼ੀਟ ਕਿਉਂ ਨਹੀਂ ਫਰੇਮ ਕੀਤੀ? ਦੱਸੋ ਕਿ ਤੁਹਾਡੀ ਪੁਲਿਸ ਨੇ ਜਾ ਕੇ ਉੱਥੇ ਕਿਉਂ ਕਿਹਾ ਕਿ ਇੱਥੇ ਤੇ ਜੀ ਗਵਾਹ ਹੀ ਨਹੀਂ ਸੀ, ਤੇ ਗਵਾਹ ਕਹਿੰਦਾ ਮੈਂ ਸੀ। ਹਾਂਜੀ, ਇਹ ਪ੍ਰਮਾਣ ਨੇ ਇਹਨਾਂ ਦੇ ਡੇਰਾ ਪ੍ਰੇਮ ਦੇ, ਇਹ ਪ੍ਰਮਾਣ ਨੇ ਇਹਨਾਂ ਦੇ ਕਿ ਇਹ ਸੋਸ਼ਲ ਇੰਜੀਨੀਅਰਿੰਗ ਕਰਦੇ ਸੀ। ਇਹ ਸੋਚਦੇ ਸੀ ਵੀ ਹਰਿਆਣੇ 'ਚ ਜਿਹੜੀ ਪਾਰਟੀ 4 ਤੋਂ 40 ਹੋ ਗਈ ਤੇ ਅਸੀਂ ਵੀ 40 ਤੋਂ ਇੱਥੇ 80 ਹੋਈਏ। ਤੇ ਅੱਜ ਬਾਬਾ 5 ਦਿਨਾਂ ਬਾਅਦ ਉੱਠ ਕੇ ਆ ਗਿਆ, ਨਹੀਂ ਤੇ ਕਹਿੰਦਾ ਸੀ ਮੈਂ ਬਿਮਾਰ ਹਾਂ, ਨਹੀਂ ਤੇ ਉੱਥੇ ਵਿਧਾਨ ਸਭਾ ਦੇ ਵਿੱਚ ਵੀ ਬਾਹਰੋਂ ਹੀ ਹਾਜ਼ਰੀ ਲਾ ਕੇ ਭੱਜ ਗਿਆ। ਇਹਨੂੰ ਪਤਾ ਹੈ, ਇਹ ਦੇਖੂਗਾ, ਇਹ ਆਪਣੇ ਸਾਹਮਣੇ ਤਿੱਤਰ ਬਿੱਤਰ ਹੁੰਦਾ ਦੇਖੂ ਸਾਰਾ ਕੁਝ। ਇਹ ਕਰਮਾਂ ਨੇ ਇਹਦਾ ਪਿੱਛਾ ਨਹੀਂ ਛੱਡਣਾ, ਇਹਨੇ ਜੋ ਬੀਜਿਆ ਉਹਨੇ ਇਹਦਾ ਪਿੱਛਾ ਨਹੀਂ ਛੱਡਣਾ। ਮੈਂ ਅੱਗੇ ਆਉਣਾ। ਇਹਨੂੰ ਇਹ ਪੁੱਛੋ, ਇਹ ਤੇ ਇੱਕ ਪਾਸਾ ਹੈ ਨਾ, ਇਹਨੂੰ ਇਹ ਪੁੱਛੋ ਵੀ ਭਾਈ ਤੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਆਪਣੇ ਘਰੇ ਸਮਨ ਕੀਤੇ ਕਿ ਨਹੀਂ ਕੀਤੇ? ਤੈਨੂੰ ਕਿਹਨੇ ਦਿੱਤੀ ਇਹ ਤਾਕਤ ਕਿ ਤੂੰ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਆਪਣੇ ਘਰੇ ਬੁਲਾਵੇਂ? ਫਿਰ ਹਿੰਦੀ ਦੇ ਵਿੱਚ ਲਿਖੀ ਹੋਈ ਚਿੱਠੀ ਕਿ ਉਹ ਉੱਥੇ ਆਇਆ, ਉਹਨੇ ਆਪਦੇ ਹੱਥਾਂ ਨਾਲ ਚਿੱਠੀ ਲਿਖੀ ਹੈ। ਹਿੰਦੀ 'ਚ ਲਿਖੀ ਹੋਈ ਚਿੱਠੀ ਪੰਜਾਬੀ 'ਚ ਕਿਵੇਂ ਹੋ ਗਈ? ਤੁਸੀਂ ਉਸ ਤਨਖਈਆ ਡਿਕਲੇਅਰ ਕੀਤੇ ਬੰਦੇ ਨੂੰ ਮਾਫੀ ਕਿਵੇਂ ਦਵਾਤੀ? ਉਹ MSG ਫਿਲਮ ਕਿਵੇਂ ਰਿਲੀਜ਼ ਹੋ ਗਈ? ਇਹ ਸਿਆਸਤਦਾਨ ਥੋੜਾ ਨੇ, ਇਹ ਤੇ ਸੌਦਾਗਰ ਨੇ। ਸੌਦਾਗਰ ਜਿਹਦੇ ਨਾਲ ਪੰਥ ਨੇ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਨੂੰ ਕਿਹਾ ਸੀ, ਉਹਦੇ ਨਾਲ ਇਹਨਾਂ ਨੇ ਨੋਟਾਂ ਤੇ ਵੋਟਾਂ ਦੀ ਸਾਂਝ ਰੱਖੀ। ਇਹ ਇਹਨਾਂ ਦੇ اخلاق ਨੇ? ਆਓ ਦੱਸੋ। ਇਹ ਤੁਹਾਡੇ ਸਾਹਮਣੇ ਹੈ, ਇਹ ਰਿਪੋਰਟ ਦੇ ਵਿੱਚ ਹੈ। ਤੇ ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਕਾਲ ਤਖਤ ਦੇ ਜਥੇਦਾਰ ਸਾਹਿਬ ਤੁਹਾਡੇ ਲਿਫਾਫਿਆਂ ਚੋਂ ਨਿਕਲਣਗੇ? ਤੁਸੀਂ ਤਲਬ ਕਰੋਗੇ ਉਹਨਾਂ ਨੂੰ? ਤੁਸੀਂ ਧਰਮ ਦੀ ਬੋਲੀ ਲਾਓਗੇ? ਤੁਸੀਂ ਧਰਮ ਤੋਂ ਉੱਚੇ ਹੋਗੇ? ਤੁਸੀਂ ਤਨਖਈਆ ਕਰਾਰ ਦਿੱਤੇ ਹੋਏ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੋਂ ਦਬਾਅ ਪਾ ਕੇ ਮਾਫੀ ਦਵਾਓਗੇ? ਵੋਟਾਂ ਖਾਤਰ, ਨੋਟਾਂ ਖਾਤਰ? ਕਿਸ ਤਰ੍ਹਾਂ ਉਹ MSG ਫਿਲਮ ਰਿਲੀਜ਼ ਹੋਈ ਔਰ ਇੱਕ ਹਫ਼ਤੇ 'ਚ ਉਹਨੇ 104 ਕਰੋੜ ਰੁਪਏ ਕਮਾਏ ਕਿ ਨਹੀਂ ਕਮਾਏ? ਇਹ ਸਵਾਲ ਨੇ ਅੱਜ ਸਿੱਖ ਕੌਮ ਦੇ ਅੱਗੇ। ਤੇ ਇਹ ਫਿਰਕੂ ਕਹਿ ਕੇ, ਇਹ ਮਤਲਬ ਪਿੱਛਾ ਨਾ ਛੜਾ ਬਾਬਾ ਜੀ, ਇਹ ਤੇਰਾ ਪਿੱਛਾ ਨਹੀਂ ਛੁੱਟਣਾ ਹੁਣ, ਕਿਉਂਕਿ ਇਹ ਤੇਰੀ ਕੌਮ ਜਿਹਦੇ ਸਿਰ ਦੇ ਉੱਤੇ 40 ਸਾਲ ਤੈਂ ਰਾਜ ਕੀਤਾ, ਇਹ ਤੇਰੇ ਅੱਗੇ ਖੜੇ ਅੱਜ। ਇਹ ਤੇ ਤੂੰ ਸਵਾਲ ਕਰਦੇ, ਤੇ ਤੂੰ ਕਿਸੇ ਸਵਾਲ ਦਾ ਉੱਤਰ ਨਹੀਂ ਦਿੱਤਾ ਜਾਂਦਾ। ਕਿਹੜੀਆਂ ਕੁਰਬਾਨੀਆਂ? 2 ਬੱਸਾਂ ਤੋਂ ਤੁਹਾਡੀਆਂ 2000 ਬੱਸਾਂ ਹੋ ਗਈਆਂ, ਇਹ ਕੁਰਬਾਨੀ ਹੈ। ਜਦੋਂ ਤੁਹਾਡੀ ਸਰਕਾਰ ਆਉਂਦੀ ਹੈ, ਤੁਹਾਡਾ 5 ਸਟਾਰ ਹੋਟਲ ਬਣਦਾ, ਇਹ ਕੁਰਬਾਨੀ ਹੈ? ਐਸੈਟ ਦੇਖੋ ਇਹਨਾਂ ਦੇ। ਇਹ ਧੰਦਾ ਕਰਨ ਵਾਲੇ ਬਿਜ਼ਨਸਮੈਨ ਹੈ। ਅੱਜ ਇਹਨਾਂ ਨੂੰ ਪਤਾ ਲੱਗੂਗਾ, ਕਿਉਂਕਿ ਇਹਨਾਂ ਦੇ ਪਰਦੇ ਫਾਸ਼ ਹੋ ਗਏ। ਇਹਨਾਂ ਦੀ ਜਿਹੜੀ ਅਸਲੀਅਤ ਹੈ ਉਹ ਲੋਕਾਂ ਦੇ ਸਾਹਮਣੇ ਆ ਗਈ ਹੈ। ਤੇ ਲੋਕਾਂ ਨੇ ਇਨਸਾਫ ਕੀਤਾ ਸੀ। 13 ਸੀਟਾਂ ਨੇ ਅੱਜ। ਤੇ ਇਹ ਜੋ ਹੁਣ ਇਹ ਰਿਪੋਰਟਾਂ ਨਿਕਲੀਆਂ ਨੇ ਤੇ ਇਹਨਾਂ ਦਾ ਸੱਚ ਲੋਕਾਂ ਦੇ ਸਾਹਮਣੇ ਆਇਆ, 13 ਵੀ ਨਹੀਂ ਰਹਿਣੀਆਂ। ਲੋਕਾਂ ਦੀ ਕਚਹਿਰੀ, ਲੋਕਾਂ ਦਾ ਨਿਆਂ, ਲੋਕਾਂ ਦੀ ਅਦਾਲਤ ਲੋਕਤੰਤਰ 'ਚ ਸਭ ਤੋਂ ਸਰਵੋੱਚ ਅਦਾਲਤ ਹੈ। ਸਰਵੋੱਚ ਅਦਾਲਤ। ਕੈਪਟਨ ਅਮਰਿੰਦਰ ਸਿੰਘ ਤੇ ਲੋਕਾਂ ਨੂੰ ਆਸਾਂ ਨੇ ਵੀ ਉਹ ਸਜ਼ਾ ਦਊਗਾ ਹੀ ਦਊਗਾ, ਪਰ ਜਿਹੜੀ ਲੋਕਾਂ ਦੀ ਸਜ਼ਾ ਨਾ, ਉਹ ਰੋਲੂ ਇਹਨਾਂ ਨੂੰ। ਹੁਣ ਜੇ ਤੁਹਾਡਾ ਕੋਈ ਸਵਾਲ ਹੈ ਤੇ ਪੁੱਛੋ। ਸਰ ਤੁਸੀਂ ਇਹ ਗੱਲ ਕੀਤੀ ਕਿ ਲੋਕਾਂ ਦੀ ਸਜ਼ਾ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਾਂ ਲੋਕਾਂ ਨੂੰ ਵਿਰੋਧ ਕੀਤਾ ਜਾ ਰਿਹਾ, ਤੁਹਾਨੂੰ ਕੀ ਲੱਗਦਾ ਕਿ SIT ਕਿੰਨੀ ਦੇਰ ਦੇ ਵਿੱਚ ਦੋਸ਼ੀ ਸਾਹਮਣੇ? ਵੇਖੋ, ਮੈਂ ਇਸ ਗੱਲ ਨਾਲ ਤੁਹਾਡੀ ਨਾਲ ਸਹਿਮਤ ਹਾਂ ਕਿ ਕੋਈ ਵੀ ਜਿਹੜਾ ਪ੍ਰੂਫ ਹੁੰਦਾ ਹੈ ਉਹ ਟਾਈਮ ਬਾਉਂਡ ਹੋਣਾ ਚਾਹੀਦਾ ਹੈ। ਔਰ ਦੂਸਰੀ ਗੱਲ ਇਹ ਹੈ ਕਿ ਦੇਖੋ, ਕਿਸ ਤਰ੍ਹਾਂ ਕੈਪਟਨ ਸਾਹਿਬ ਵਧਣਾ ਚਾਹੁੰਦੇ ਆ ਇਹ ਤੇ ਉਹ ਜਾਣਨ, ਕਿ ਹੋਮ ਮਿਨਿਸਟਰ ਨੇ ਆਪਣੇ ਤਰੀਕੇ ਨਾਲ ਚੱਲਣਾ ਹੁੰਦਾ ਹੈ। ਏਜੰਸੀਆਂ ਦੀਆਂ ਰਿਪੋਰਟਾਂ ਉਹਨਾਂ ਕੋਲ ਆਉਂਦੀਆਂ ਨੇ ਔਰ ਉਹ ਬੜੇ ਸਿਆਣਪ ਨਾਲ, ਜੋ ਇਹਨਾਂ ਨੇ 1.5-2 ਸਾਲਾਂ ਦੇ ਵਿੱਚ ਨਹੀਂ ਕੀਤਾ। ਕੀ ਐਕਸ਼ਨ ਲਿੱਤਾ ਇਹਨਾਂ ਨੇ? ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਧੂੜ ਚੱਟਦੀ ਰਹੀ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ, ਠੀਕ ਹੈ, ਧੂੜ ਚੱਟਦੀ ਰਹੀ, ਉੱਤੇ ਇੱਕ ਐਕਸ਼ਨ ਨਹੀਂ।
ਉਹਨੂੰ ਲੈਣ ਵੀ ਨਹੀਂ ਕੋਈ ਆਇਆ। ਲੈਣ ਨਹੀਂ ਕਿਉਂ ਗਿਆ? ਠੀਕ ਹੈ, ਮਿੱਟੀ ਪੈਂਦੀ ਰਹੀ 1.5-2 ਸਾਲ। ਇਹ ਕਿਸੇ ਨੂੰ ਪੁੱਛਣ, ਕਿਸੇ ਦਾ ਹਾਲ ਵੀ ਪੁੱਛਣ ਗਏ, ਹਾਂਜੀ, ਕਿਸੇ ਦੀ ਖੈਰ ਪੁੱਛਣ ਗਏ। ਅਸੀਂ ਕਰੋੜ ਰੁਪਈਆ ਕੰਪਨਸੇਸ਼ਨ ਦਿੱਤੀ ਹੈ, ਇਹਨਾਂ ਨੇ ਕਿਸੇ ਨਾਲ ਕੀਤੀ? ਤਸੀਹੇ। ਫਿਰ ਸਵਾਲ ਸਭ ਤੋਂ ਵੱਡਾ ਇਹ ਹੈ ਵੀ ਭਾਈ ਉੱਥੇ ਹੀ ਡੇਰਾ ਪ੍ਰੇਮੀ ਧਰਨੇ ਲਾਉਂਦੇ ਸੀ, ਉੱਥੇ ਹੀ ਡੇਰਾ ਪ੍ਰੇਮੀ ਧਰਨੇ ਲਾਉਂਦੇ ਸੀ ਤੇ ਉੱਥੇ ਹੀ ਗੁਰਸਿੱਖ ਧਰਨੇ ਲਾਉਂਦੇ ਸੀ। ਹਾਂਜੀ, ਤੁਸੀਂ ਬੈਠੇ ਸਿੱਖਾਂ ਦੇ ਤਾਂ ਗੋਲੀਆਂ ਮਾਰਤੀਆਂ ਤੇ ਤੁਸੀਂ ਦੂਏ ਪਾਸੇ ਤਾਂ ਕੁਝ ਕਿਹਾ ਹੀ ਨਹੀਂ। ਉੱਥੇ ਨਰਮੀ ਕਿਉਂ ਵਰਤੀ? ਆ ਵਿਆਨਾ ਕਾਂਡ ਹੋਇਆ ਸੀ, DIG IG SSP ਗੱਡੀਆਂ ਛੱਡ ਕੇ ਦੌੜ ਗਏ, ਕਿਨੇ ਗੋਲੀ ਨਹੀਂ ਚਲਾਈ। ਤੇ ਵੇਖਿਆ, ਹੁਣ ਤੇ ਮੈਂ ਲਾਈਵ ਫੁਟੇਜ ਦਿੱਤੀ ਹੈ, ਦੇਖੀਏ ਉਹ ਲਾਈਵ ਫੁਟੇਜ ਹੈ। ਅਮਨ ਅਮਾਨ ਬਿਲਕੁਲ ਪਾਠ ਕਰਦੇ ਬੰਦਿਆਂ ਨੂੰ ਆ ਕੇ ਉਠਾਇਆ ਇਹਨਾਂ ਨੇ, ਫਿਰ ਖਿੱਚਾ ਤਾਨੀ ਕੀਤੀ। ਹਾਂਜੀ, ਖਿੱਚ ਕੇ ਧੂ ਕੇ ਲਗਾਏ, ਨਾਲ ਸੀ ਬਾਬਾ, ਮੈਨੂੰ ਪਤਾ ਹੀ, ਮੈਨੂੰ ਬਾਬਾ ਜੀ ਨਾਲ ਸੀ ਉੱਥੇ, ਤੇ ਖਿੱਚਾ ਤਾਨੀ ਹੋਈ। ਤੇ ਫਿਰ ਉਸ ਤੋਂ ਬਾਅਦ ਇਹ ਐਵੇਂ ਤਾਂ ਨਹੀਂ ਹੋ ਗਿਆ ਨਾ ਭਾਈ। ਇੱਕ ਪਾਸੇ ਤੁਸੀਂ ਇਹ ਸਲੂਕ ਕਰਦੇ ਹੋ, ਉੱਥੋਂ ਬੱਚਿਆਂ ਨੂੰ ਚੁੱਕਦੇ ਹੋ, ਰੁਪਿੰਦਰ ਨੂੰ, ਜਸਿੰਦਰ ਨੂੰ, ਉਹਨਾਂ ਦੇ ਤੁਸੀਂ ਟੰਗਾਂ ਪਾੜਦੇ ਹੋ, ਉਹਨਾਂ ਨੂੰ ਕਹਿੰਦੇ ਹੋ ਝੂਠ ਬੋਲੋ, ਫਲਾਣੇ ਦੇ ਉਂਗਲ ਚੁੱਕੋ। ਇਹ ਸਰਕਾਰਾਂ ਨੇ ਤੁਹਾਡੀਆਂ। ਠੀਕ ਹੈ, ਇਹ ਸਾਰਾ ਕੁਝ ਪਰਦਾਫਾਸ਼ ਤੁਹਾਡੇ ਸਾਹਮਣੇ ਹੋਇਆ। ਇਹ ਜਵਾਬ ਦੇਣ, ਦੇਖੋ ਇਹ ਕਹਿ ਦੇਣਾ ਕਿ ਜੀ ਤੁਸੀਂ ਇਹ ਪੰਥ ਦੇ ਮਾਮਲੇ ਨੇ। ਭਾਈ ਸਾਨੂੰ ਲੋਕਾਂ ਨੇ ਸਵਾਲ ਪੁੱਛਣ ਲਈ ਜਿਤਾਇਆ, ਤੇ ਕਿਸੇ ਜਸਟਿਸ ਦੇ ਲਈ ਸਵਾਲ ਕਰਨਾ, ਜਾਨਾਂ ਜਾਂਦੀਆਂ ਨੇ ਜਦੋਂ, ਉਹਨਾਂ ਦੇ ਲਈ ਸਵਾਲ ਕਰਨਾ, ਇਹ ਡਿਊਟੀ ਹੈ ਸਾਡੀ। ਜਿਹੜੀਆਂ ਸੰਸਥਾਵਾਂ ਕਿੱਡੀਆਂ ਵੱਡੀਆਂ ਸੰਸਥਾਵਾਂ, ਜਦੋਂ ਉਹਨਾਂ ਨੂੰ ਕੋਈ ਆਪਣੇ ਨਿੱਜੀ ਸਵਾਰਥ ਲਈ ਦੁਰਉਪਯੋਗ ਕਰਦਾ, ਹਾਂਜੀ, ਨਿੱਜੀ ਸਵਾਰਥ ਲਈ ਦੁਰਉਪਯੋਗ ਕਰਦਾ, ਤੇ ਉਹਦੇ ਅੱਗੇ ਚੱਟਾਨ ਦੀ ਤਰ੍ਹਾਂ ਖੜਾ ਹੋਣਾ, ਇਹ ਹਰ ਸਿੱਖ ਦਾ ਧਰਮ ਹੈ। ਤੇ ਇਹ ਕਿਹੜੇ ਮੂੰਹ ਨਾਲ ਜਵਾਬ ਤੇ ਦੇਣ? ਇਹ ਕਿਹੜੇ ਮੂੰਹ ਨਾਲ ਜਵਾਬ ਦੇਣਗੇ? ਤੇ ਮੈਂ ਤੇ ਇਹਨੂੰ ਸੁੱਖੇ ਕੱਪੀ ਨੂੰ ਵੀ ਕਿਹਾ, ਹਾਂਜੀ, ਤੇ ਉਹਦੇ ਪਾਪਾ ਜੀ ਨੂੰ ਵੀ ਕਿਹਾ ਵੀ ਆਓ ਲਾਓ ਕੁਰਸੀ ਲਾਓ, ਕਿੱਥੇ ਜਿੱਥੇ ਲਾਣੇ, ਆਓ ਆ ਤਿੰਨਾਂ ਚੁੱਕੇ ਨੂੰ ਬੁਲਾ ਲਓ, ਚੁਣ ਲਓ। ਉਹਨਾਂ ਦੇ ਐਲੀਗੇਸ਼ਨ ਹੈ ਜੀ ਕਿ ਇਸ ਮੁੱਦੇ ਨੂੰ ਤਾਂ ਛੱਡਿਆ ਜਾ ਰਿਹਾ, 2019 ਦੀ ਇਲੈਕਸ਼ਨ ਆ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ। ਜੀ ਇੱਕ ਮਿੰਟ ਖੜ ਜਾ, ਇੱਕ ਮਿੰਟ ਖੜ ਜਾ, ਇਸ ਗੱਲ ਦੇ ਉੱਤੇ ਛੱਡ ਦਿਆ। ਕਿ 2007 ਦੇ ਵਿੱਚ ਤਨਖਾਹੀਆ ਡਿਕਲੇਅਰ ਹੋਇਆ, 2009 ਤੱਕ ਸਜ਼ਾ ਕਿਉਂ ਨਹੀਂ ਦਿੱਤੀ, ਕਾਰਵਾਈ ਕੀ ਕੀਤੀ ਤਾਂ 2000 ਐਲੀਗੇਸ਼ਨ ਹੈ ਜੀ, ਐਲੀਗੇਸ਼ਨ ਉਹਨਾਂ ਦੇ ਯਾਰ, ਇਹ ਐਲੀਗੇਸ਼ਨ ਪਹਿਲਾਂ ਤੁਸੀਂ ਜਵਾਬ ਦਿਓ, ਕਿ ਤੁਸੀਂ ਜਵਾਬ ਦਿਓ ਕਿ ਗੁਰੂ ਸਾਹਿਬ ਦੇ ਜਿਹੜੇ ਅੰਗ ਫਾੜ ਕੇ ਜ਼ਖਮੀ ਕਰਕੇ ਗਲੀਆਂ ਨਾਲੀਆਂ 'ਚ ਸਿੱਟੇ ਗਏ, ਕਿ ਉਹਦੇ ਪ੍ਰੇਮੀ ਜ਼ਿੰਮੇਵਾਰ ਹਨ ਕਿ ਨਹੀਂ? ਇਹਦਾ ਜਵਾਬ ਦਿਓ। ਇੱਕ, ਤੁਸੀਂ ਸੌਦਾ ਕੀਤਾ ਕਿ ਨਹੀਂ ਕੀਤਾ, ਉਹਦਾ ਜਵਾਬ ਦਿਓ। ਦੋ, ਤੁਹਾਡੇ ਕਹਿਣ ਦੇ ਉੱਤੇ ਪੁਲਿਸ ਆ ਕੇ ਉੱਥੇ ਗੁਰਸਿੱਖਾਂ ਦੇ ਉੱਤੇ ਜ਼ੁਲਮ ਕਰਦੀ ਹੈ ਕਿ ਨਹੀਂ ਕਰਦੀ? ਤਿੰਨ, ਜਵਾਬ ਦੇ ਇਹਦਾ। तू ना इधर उधर की बात कर सुखे, बता के कारवां क्यों लुटा, बता के गोलियां क्यों चली, बता के जाने क्यों गई। तू ना इधर उधर की बात कर, तू ना ISI की बात कर, बता कि किसके हुक्म से गोली चली, बता के 100 करोड़ किधर गए। तेरियां बसां ते लगे, सुख विलास च इन्वेस्ट होए, कित्थे होए? दस। ਸਿੱਧੂ ਸਾਹਿਬ ਕਹਿੰਦੇ ਫਿਰ ਤੁਸੀਂ ਇਹ ਚੀਜ਼ ਨਾਲ ਸਹਿਮਤ ਹੋ ਕਿ ਉਹ ਟਾਈਮ ਬਾਉਂਡ ਹੋਣੀ ਚਾਹੀਦੀ ਹੈ ਤੇ ਜਲਦੀ ਦੋਸ਼ੀਆਂ ਦੇਖੋ ਮੈਂ ਇਹ ਕਹਿਣਾ, ਦੇਖੋ ਮੈਂ ਇਹ ਕਹਿਣਾ ਕਿ ਪੰਜਾਬ ਦੇ ਮੂਹਰੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਦੋਂ ਉਹਨਾਂ ਦੋਸ਼ੀਆਂ ਦੇ ਨਾਲ ਸਜ਼ਾ ਹੁੰਦੀ ਹੈ, ਔਰ ਕੀ ਉਹ ਡੈਟਰੈਂਟ ਹੁੰਦੀ ਹੈ ਕਿ ਅੱਗੇ ਨੂੰ ਕੋਈ ਇਹੋ ਜਿਹਾ ਜঘਨਿ ਅਪਰਾਧ ਕਰਨ ਦੀ ਸੋਚੇ ਨਾ। ਕੀ ਉਹ ਐਸੀ ਸਜ਼ਾ ਹੁੰਦੀ ਹੈ? ਕੋਈ ਹੋਵੇ, ਮੈਂ ਕਹਿੰਦਾ ਵੱਡਾ ਹੋਵੇ, ਛੋਟਾ ਹੋਵੇ, ਉੱਚਾ ਹੋਵੇ, ਨੀਵਾਂ ਹੋਵੇ, ਕੋਈ ਹੋਵੇ, ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਨਹੀਂ। ਤੇ ਜਿਹਨੇ ਉਸ ਗੁਰੂ ਦੀ ਬੇਅਦਬੀ ਕੀਤੀ ਹੈ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਹਨੂੰ ਕਟਕਰੇ 'ਚ ਖੜਾ ਕਰਕੇ, ਨੰਗਿਆਂ ਕਰਕੇ ਸਜ਼ਾ ਯਾਫਤਾ ਕਰਨਾ ਚਾਹੀਦਾ ਹੈ। ਇਹ ਪੰਜਾਬ ਦੀ ਸਭ ਤੋਂ ਵੱਡੀ ਆਵਾਜ਼ ਹੈ ਜਿਹਨੂੰ ਮੈਂ ਕਹਿੰਦਾ ਜ਼ਮੀਨ ਫਾੜ ਕੇ ਆਉਂਦੀ ਹੈ। ਸਭ ਇਲੈਕਸ਼ਨ ਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੀ, ਅਕਾਲੀ ਦਲ ਸਾਫ਼ ਕਹਿ ਰਿਹਾ ਕਿ ਪੂਰੇ ਪੰਜਾਬ 'ਚ ਧੱਕੇਸ਼ਾਹੀ ਹੋਈ। ਇੱਕ ਮਿੰਟ, ਅਕਾਲੀ ਦਲ ਇਹ ਦੱਸੇ ਵੀ 78 ਸੀਟਾਂ ਨਾਲ ਤੁਹਾਨੂੰ ਧੱਕੇਬਾਜ਼ੀ ਹੋਈ ਸੀ? ਇਹ ਰੋਂਡੀ ਬੱਚੇ ਹੁੰਦੇ ਨੇ, ਰੋਂਡੀ ਬੱਚੇ ਦੇਖਿਆ, ਰੋਂਡੀ, ਇਹਨੂੰ ਰੋਂਡੀ ਪੀਂਦੇ ਕਹਿੰਦੇ, ਰੋਤੜੂ, ਵੀ ਮੈਂ ਨਹੀਂ ਖੇਡਣਾ, ਮੈਂ ਭੱਜਣਾ ਹੈ। ਇਹ ਰੋਂਡੀ ਬੱਚੇ ਹੈ। ਇਹਨੂੰ ਪੁੱਛੋ
ਕਿ ਤੂੰ ਕਿਉਂ ਭੱਜਿਆ ਵਿਧਾਨ ਸਭਾ 'ਚ। ਤੇ ਸਿੱਧੂ ਨੇ ਤੈਨੂੰ ਕਿਹਾ ਸੀ ਨਾ, ਜੇ ਮਾਂ ਦਾ ਪੁੱਤ ਹੈ ਤੇ ਭੱਜੀ ਨਾ, ਕਿ ਤੂੰ ਪਿੱਠ ਵਿਖਾ ਕੇ ਭੱਜਿਆ ਹੋਏ। ਕਿਉਂ? ਕਿ ਤੇਰੇ ਕੋਲ ਸੱਚ ਸੁਣਨ ਦੀ ਤਾਕਤ ਨਹੀਂ ਸੀ। ਕਿ ਤੈਨੂੰ ਲੋਕਾਂ ਨੇ ਕਾਹਦੇ ਵਾਸਤੇ ਭੇਜਿਆ ਸੀ? ਭੱਜਣ ਵਾਸਤੇ, ਜਾਂ ਆਪਣਾ ਡੱਬੂ ਹਲਕਿਆ ਡੱਬੂ ਬਹੁ ਕਰਨ ਵਾਸਤੇ? ਉੱਥੇ ਵਿਧਾਨ ਸਭਾ 'ਚ ਭੇਜਿਆ ਸੀ ਤੈਨੂੰ, ਤੇ ਖੜਦਾ ਸਿੱਧੂ ਦੇ ਮੂਹਰੇ ਵਿਧਾਨ ਸਭਾ ਦੇ ਵਿੱਚ ਭੱਜਿਆ ਕਿਉਂ ਤੂੰ? ਫਿਰ ਤੂੰ ਸ਼ਾਹਕੋਟ ਦਾ ਇਲੈਕਸ਼ਨ ਹਾਰਿਆ, ਤੂੰ ਕਹਿੰਦਾ ਅਸੀਂ ਜਿੱਤਾਂਗੇ। ਫਿਰ ਤੂੰ ਮੁਨਸਪੈਲਿਟੀਆਂ ਦਾ ਇਲੈਕਸ਼ਨ ਹਾਰਿਆ। ਹਰ ਥਾਂ ਦੇ ਉੱਤੇ ਤੁਹਾਡੇ ਨਾਲ ਹੀ ਹੋਈ ਜਾਂਦਾ। ਫਿਰ ਤੂੰ 2 ਲੱਖ ਵੋਟਾਂ ਦੇ ਉੱਤੇ, ਜਿਵੇਂ ਬਿੱਲਾ ਛੱਪੜੀ ਚੋਂ ਨਹਾ ਕੇ ਨਿਕਲਦਾ ਫਟਰ ਕਰਕੇ, ਤੂੰ 2 ਲੱਖ ਵੋਟਾਂ ਤੇ ਇੱਥੋਂ ਹਾਰ ਕੇ ਨਿਕਲਿਆ। ਕਿ ਤੈਨੂੰ ਜਵਾਬ ਨਹੀਂ ਮਿਲੇ ਹਲੇ ਹੋਏ। ਗਰੀਸ ਲਾ ਕੇ ਚਾਂਟੇ ਮਾਰੇ ਲੋਕਾਂ ਨੇ ਤੁਹਾਡੇ। ਦੇਖੀਏ ਨਾ, ਗਰੀਸ ਜਦੋਂ ਲਾਉਂਦਾ ਨਾ ਮੂੰਹ ਦੇ ਉੱਤੇ, ਠਪਾਕ ਦੇ ਵੱਜਦਾ ਜਦੋਂ, ਤੇ ਗਰੀਸ ਉਤਰਦੀ ਨਹੀਂ। ਸਾਬਣ ਲਾ ਧੋਈ ਜਾਓ, ਕਿ ਤੁਹਾਡੇ ਗਰੀਸ ਲਾਲਾ ਚਾਂਟੇ ਵੱਜੇ। 2019 ਦੀ ਇਲੈਕਸ਼ਨ ਦਾ ਕੀ ਰਿਜ਼ਲਟ? ਮੈਂ ਕਿਹਾ ਇਹ ਹੰਕਾਰ ਭਰੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਜੀ ਮੈਂ ਰਿਜ਼ਲਟ ਦੱਸ ਦੂੰਗਾ। ਰਿਜ਼ਲਟ ਲੋਕ ਦੱਸਣਗੇ ਮਿੱਤਰਾ। ਤਾਕਤ ਲੋਕਾਂ ਦੀ, ਕੋਈ ਹਉਮਾ ਨਹੀਂ, ਕੋਈ ਹੰਕਾਰ ਨਹੀਂ। ਤਾਕਤ ਲੋਕਾਂ ਦੀ, ਲੋਕਾਂ ਦੀ ਸਰਕਾਰ, ਲੋਕਾਂ ਦੇ ਵਾਸਤੇ। ਇਹ ਮਿੱਤਰਾ ਤੈਨੂੰ ਲੋਕ ਦੱਸਣਗੇ ਜਦੋਂ ਪੂੰਛਾਂ ਥੱਲੇ ਪਾ ਕੇ ਭੱਜੇ ਨਾ। ਇਹ ਉਹ ਸੁਖਬੀਰ ਨੇ ਕੀ ਕਹਿਣਾ ਇਹਨੂੰ ਮੈਨੂੰ ਇੱਕ ਗੱਲ ਸੁਣ, ਇਹਨੂੰ ਕਿ ਇੱਕ ਮਿੰਟ ਸੁਣ ਉਹ ਠਹਿਰ ਨਾ ਛੱਡ, ਇੱਕ ਮਿੰਟ ਮੈਂ ਇਹ ਜਵਾਬ ਦਿੰਦਾ। ਜਦੋਂ ਪਿਛਲੀ ਵਾਰ ਇਹ ਹਰਿਆਣੇ 'ਚ ਗਿਆ ਸੀ, ਇਹ ਇਹੀ ਕਹਿੰਦਾ ਸੀ, ਤੇ ਮੈਂ ਕੀ ਕਿਹਾ ਸੀ? ਪੱਲੇ ਨਾ ਤੇਲ ਨਾ ਕੜਾਈ ਬਣਾਉਣ ਚੱਲਿਆ ਮਿਠਾਈ। ਮੈਂ ਕਿਹਾ ਸੀ ਨਾ 3 'ਚ, ਨਾ 13 'ਚ, ਨਾ ਟੋਕਰੇ ਵਾਲੇ ਬੇਰਾਂ 'ਚ, ਨਾ ਪਲੇਰਾਂ 'ਚ, ਨਾ ਸਪੇਰਾਂ 'ਚ। ਤੈਨੂੰ 2 ਸੀਟਾਂ ਨਹੀਂ ਆਉਂਦੀਆਂ ਹੋਵੇ। ਉਹ ਤੂੰ ਪੰਜਾਬ 'ਚ ਤਾਂ ਤੂੰ 13 ਤੇ ਰਹਿ ਗਿਆ, ਤੇ ਹਰਿਆਣੇ ਦੀ ਗੱਲ ਕਰਦਾ ਤੇ ਯੂਪੀ 'ਚ ਭਜਦਾ। ਉਹ ਤੁਹਾਨੂੰ ਅਲੀ ਬਾਬਾ 40 ਚੋਰ ਨੂੰ ਸਾਰੇ ਪਛਾਣ ਗਏ। ਤੁਹਾਨੂੰ ਸਾਰੇ ਪਛਾਣ ਗਏ ਮਿੱਤਰਾ। ਹੋਰ ਦੱਸੋ ਕੋਈ ਚੀਜ਼ ਰਹਿ ਗਈ? ਗੱਲ ਨੂੰ ਸੁਣ ਲਓ ਮਹਾਰਾਜ, ਇੱਕ ਮਿੰਟ ਮੇਰੀ ਗੱਲ ਨੂੰ ਸੁਣ ਲਓ। ਇੱਕ ਮਿੰਟ ਮੇਰੀ ਗੱਲ ਨੂੰ ਸੁਣ ਲਓ ਜੀ, ਮੇਰੀ ਗੱਲ ਨੂੰ ਬੜੇ ਧਿਆਨ ਨਾਲ ਸੁਣ ਲਓ। ਮੈਂ ਕਹਿੰਦਾ ਤੁਸੀਂ, ਮੈਂ ਜਵਾਬ ਦਊਂ ਨਾ, ਗੱਲ ਮੁਕਾ ਨਾ, ਮੈਂ ਗੱਲ ਜਵਾਬ ਦਿੰਦਾ। ਵੇਖੋ, ਇਹ ਲਾਂਘਾ ਪਾਕਿਸਤਾਨ 'ਚ 4 ਕਿਲੋਮੀਟਰ ਸਾਰਾ ਪਾਕਿਸਤਾਨ, ਇਹ ਰਸਤਾ ਸਾਰਾ ਪਾਕਿਸਤਾਨ 'ਚ, ਠੀਕ ਹੈ ਜੀ। ਇਹ ਕਦੇ ਨਹੀਂ ਹੋਇਆ ਪਿਛਲੇ 60 ਸਾਲਾਂ ਚੋਂ ਕਿ ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਨੇ ਪ੍ਰਾਈਮ ਮਿਨਿਸਟਰ ਦੇ ਕਹਿਣ ਦੇ ਉੱਤੇ ਐਡੀ ਵੱਡੀ ਸਟੇਟਮੈਂਟ ਦਿੱਤੀ ਹੋਵੇ। ਅੱਜ ਫੇਰ ਸਟੇਟਮੈਂਟ ਆਈ ਹੈ। ਪ੍ਰਾਈਮ ਮਿਨਿਸਟਰ ਉੱਥੇ ਗਏ, ਵਾਜਪਾਈ ਸਾਹਿਬ ਗਏ, ਕਾਰਗਿਲ ਹੋ ਗਿਆ, ਕੋਈ ਆਵਾਜ਼ ਨਹੀਂ ਆਈ ਉਧਰੋਂ ਪਾਕਿਸਤਾਨ ਵੱਲੋਂ ਕਿਸੇ ਦੀ। ਉਦੋਂ ਬਾਅਦ ਮੋਦੀ ਸਾਹਿਬ ਗਏ ਤੇ ਪਠਾਨਕੋਟ ਹੋ ਗਿਆ, ISI, ਕਿਸੇ ਦੀ ਆਵਾਜ਼ ਨਹੀਂ ਆਈ। ਤੇ ਇੱਕ ਛੋਟਾ ਜਿਹਾ ਸਿੱਧੂ ਗਿਆ, ਅਮਨ ਅਮਾਨ ਪ੍ਰੇਮ ਮੁਹੱਬਤ, ਤੇ ਮਹਾਰਾਜ ਉੱਥੋਂ ਆਵਾਜ਼ ਨਹੀਂ ਆਈ, ਲੱਖਾਂ ਆਵਾਜ਼ਾਂ ਆਈਆਂ। ਉੱਥੋਂ ਦੇ ਪ੍ਰਾਈਮ ਮਿਨਿਸਟਰ ਦੀ ਆਵਾਜ਼ ਆਈ, ਉਹਦਾ ਟਵੀਟ ਆਇਆ, ਉੱਥੋਂ ਦੇ ਇਨਫੋਰਮੇਸ਼ਨ ਮਿਨਿਸਟਰ ਦੀ ਆਵਾਜ਼ ਆਈ। ਤੇ ਮੈਂ ਇੰਨੀਓ ਪੁੱਛਦਾ, ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਭਾਈ, ਜਦੋਂ ਆਵਾਜ਼ ਆਈ, ਦਰਵਾਜ਼ੇ ਤੇ ਦਸਤਕ ਆਈ, ਇੱਕ ਅਵਸਰ ਆਇਆ, ਇੱਕ ਮੌਕਾ ਆਇਆ, ਉਹ ਤੇ ਮੀਲਾਂ ਮੀਲ ਤੁਰ ਗਏ। 4.5 ਮੀਲ ਨਹੀਂ, ਅੱਗੇ 3 ਮੀਲਾਂ ਮੀਲ ਤੁਰ ਗਏ। ਇੰਡੀਅਨ ਗਵਰਨਮੈਂਟ ਦਾ ਹਲੇ ਸੁਨੇਹਾ ਡੀਕਦੇ। ਮੇਰੀ ਗੱਲ ਸੁਣ, ਕੋਈ ਕ੍ਰੈਡਿਟ, ਸਭ ਦਾ ਕ੍ਰੈਡਿਟ। ਮੈਂ ਕਹਿੰਦਾ ਸਾਰਿਆਂ ਦੀਆਂ ਦੁਆਵਾਂ, ਸਭ ਦੀਆਂ ਅਰਦਾਸਾਂ, ਮੇਰੇ ਮਾਂ-ਪਿਓ ਦੀਆਂ, ਮੇਰੇ ਮਾਂ-ਪਿਓ ਜਿਹੇ ਕਿੰਨੇ ਕਰੋੜਾਂ ਸਿੰਘਾਂ ਦੀਆਂ ਅਰਦਾਸਾਂ, ਇਹ ਸਭ ਦੀਆਂ ਅਰਦਾਸਾਂ ਨੂੰ ਕ੍ਰੈਡਿਟ।